अगला सवाल जिहड़ा है वो मैं वीर MP सिंह ਨੂੰ ਬੇਨਤੀ ਕਰ ਰਿਹਾ, ਉਹ ਦੱਸਣਗੇ ਡਾਕਟਰ ਸੁਖਦੇਵ ਸਿੰਘ ਜੀ ਮੁਹਾਲੀ ਤੋਂ। ਉਹਨਾਂ ਨੇ ਸਵਾਲ ਭੇਜਿਆ ਵੀ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਇਆ ਜਾ ਸਕਦਾ। ਇਹਦਾ ਉੱਤਰ ਮੈਂ ਜਿਵੇਂ ਬੇਨਤੀ ਕਰ ਰਿਹਾ ਵੀਰ MP ਸਿੰਘ ਜੀ ਨੂੰ ਵੀ ਇਹ ਸਾਨੂੰ ਦੇਣ। ਤੇ ਜੋ ਡਾਕਟਰ ਸਾਹਿਬ ਨੇ ਪੁੱਛਿਆ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾਇਆ ਜਾ ਸਕਦਾ ਹੈ, ਇਹਦੇ ਬਾਰੇ ਥੋੜਾ ਜਿਹਾ ਵਿਚਾਰ ਸਾਂਝੀ ਕਰੋ ਜੀ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੇ ਕਈ ਥਾਵਾਂ ਦੇ ਉੱਤੇ ਅਰਦਾਸ ਦੇ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਹੋਰ ਸਮਾਗਮਾਂ ਦੇ ਵਿੱਚ ਵੀ ਕਈ ਸੱਜਣਾ ਪਾਸੋਂ ਅਰਦਾਸ ਦੇ ਦੌਰਾਨ ਗੁਰਬਾਣੀ ਦੀ ਪੰਕਤੀ ਵੀ ਸੁਣੀ ਹੋਏਗੀ। ਜਦੋਂ ਕੜਾਹ ਪ੍ਰਸ਼ਾਦ ਦੀ ਪ੍ਰਵਾਨਗੀ ਦੀ ਅਰਦਾਸ ਦਾ ਸਮਾਂ ਆਉਂਦਾ ਹੈ ਤਾਂ ਉਹ ਉੱਥੇ ਕਈ ਸੱਜਣ ਇਹ ਸ਼ਬਦਾਵਲੀ ਵਰਤ ਲੈਂਦੇ ਹਨ ਜੀ ਕਿ ਆਪ ਜੀ ਨੂੰ ਭੋਗ ਲੱਗੇ, ਬਜਾਏ ਜਿਵੇਂ ਕਿ ਰਹਿਤ ਮਰਿਆਦਾ 'ਚ ਲਿਖਿਆ ਵੀ ਹੋਇਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਦੀ ਪ੍ਰਵਾਨਗੀ ਦੀ ਅਰਦਾਸ ਕਰਨੀ ਹੈ ਕਿ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ। ਪਰ ਸੁਣਨ ਨੂੰ ਕਈਆਂ ਪਾਸੋਂ ਇਹ ਮਿਲਦਾ ਹੈ ਜੀ ਕਿ ਆਪ ਨੂੰ ਭੋਗ ਲੱਗੇ, ਤੇ ਉਹ ਗੱਲ ਕਰਨ ਤੋਂ ਪਹਿਲਾਂ ਉਹ ਗੁਰਬਾਣੀ ਦੀ ਇੱਕ ਪੰਕਤੀ ਵੀ ਆਮ ਤੌਰ ਤੇ ਪੜ੍ਹ ਕੇ ਸੰਗਤਾਂ ਨੂੰ ਸੁਣਾਉਂਦੇ ਹਨ ਕਿ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸ਼ਟਾਏ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ। ਤੇ ਕਈ ਥਾਂ ਤੇ ਇਹ ਵੀ ਦੇਖਿਆ ਕਿ ਸਾਰੀ ਸੰਗਤ ਵੀ ਉਹਨਾਂ ਦੇ ਨਾਲ ਰਲ ਕੇ ਇਸ ਪੰਕਤੀ ਦਾ ਪਾਠ ਕਰਦੀ ਹੈ, ਉਹਨੂੰ ਗਾ ਕੇ, ਕਿ ਉਹਦੇ 'ਚ ਉਹਨਾਂ ਨੂੰ ਸ਼ਾਇਦ ਕਾਫੀ ਰਸ ਵੀ ਮਿਲਦਾ ਹੈ ਉਹਨੂੰ ਗਾਉਣ ਵਿੱਚ, ਤੇ ਉਹਨਾਂ ਨੂੰ ਇਹ ਫੀਲਿੰਗ ਆਉਂਦੀ ਹੈ ਕਿ ਬਈ ਅਸੀਂ ਇਹ ਪੰਕਤੀ ਪੜ੍ਹੀ ਹੈ ਤੇ ਹੁਣ ਇਹ ਤੇ ਪ੍ਰਸ਼ਾਦ ਨੂੰ ਭੋਗ ਲੱਗ ਹੀ ਜਾਏਗਾ। ਤਾਂ ਕੁਝ ਚੀਜ਼ਾਂ ਸਮਝਣੀਆਂ ਜ਼ਰੂਰੀ ਨੇ ਕਿ ਭੋਗ ਦਾ ਅਰਥ ਕੀ ਹੈ। ਭੋਗ ਲਫ਼ਜ਼ ਸਾਡੇ ਜੀਵ ਧਾਰੀਆਂ ਵਾਸਤੇ ਆਮ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੀ ਚੀਜ਼ ਅਸੀਂ ਵਰਤਦੇ ਹਾਂ, ਅਸੀਂ ਜਿਸ ਚੀਜ਼ ਨੂੰ ਵਰਤਦੇ ਹਾਂ ਉਹਦਾ ਅਸੀਂ ਭੋਗ ਕਰਦੇ ਹਾਂ। ਭੋਗ ਦਾ ਅਰਥ ਹੀ ਇਹੋ ਹੀ ਹੈ ਕਿ ਕਿਸੇ ਚੀਜ਼ ਨੂੰ ਇਸਤੇਮਾਲ ਕਰਨਾ, ਤੇ ਜਿੰਨਾ ਚਿਰ ਉਹਦੀ ਲਾਈਫ ਸਪੈਨ ਹੈ, ਜਿੰਨਾ ਚਿਰ ਉਹਦੀ ਹੋਂਦ ਹੈ, ਉਹਨੂੰ ਵਰਤਣਾ। ਤੋ ਇਸੇ ਸੈਂਸ ਵਿੱਚ ਹੀ ਇਹ ਲਫ਼ਜ਼ ਆਮ ਤੌਰ ਤੇ ਵਰਤਿਆ ਜਾਂਦਾ ਹੈ। ਜੇ ਅਸੀਂ ਖਾਣਾ ਖਾ ਰਹੇ ਹਾਂ ਤੇ ਅਸੀਂ ਖਾਣਾ ਭੋਗ ਰਹੇ ਹਾਂ। ਜੇ ਕੋਈ ਸਾਡੀ ਜ਼ਮੀਨ ਜਾਇਦਾਦ ਹੈ, ਘਰ ਹੈ, ਕੋਈ ਗੱਡੀ ਹੈ ਸਾਡੇ ਕੋਲ, ਤਾਂ ਅਸੀਂ ਉਸ ਗੱਡੀ ਦੇ ਉੱਤੇ ਸਫ਼ਰ ਕਰ ਰਹੇ ਹਾਂ ਤਾਂ ਉਹ ਗੱਡੀ ਨੂੰ ਵੀ ਅਸੀਂ ਉਹਦਾ ਭੋਗ ਇਸਤੇਮਾਲ ਕਰ ਰਹੇ ਹੈਗੇ ਹਾਂ, ਤੇ ਕਿਵੇਂ ਉਹਦਾ ਅਸੀਂ ਯੂਜ਼ ਕਰ ਰਹੇ ਹਾਂ। ਤੋ ਹੁਣ ਸੋਚਣ ਦੀ ਗੱਲ ਇਹ ਹੈ ਕਿ ਵੀ ਖਾਣ ਦੀਆਂ ਚੀਜ਼ਾਂ ਦੇ ਨਾਲ ਜਿਸ ਸੈਂਸ ਵਿੱਚ ਇੱਥੇ ਭੋਗ ਲਫ਼ਜ਼ ਵਰਤਿਆ ਜਾ ਰਿਹਾ ਹੈ ਉਹ ਜੇ ਧਾਰੀਆਂ ਦੇ ਵਾਸਤੇ ਹੀ ਸੂਟੇਬਲ ਹੈ। ਜਿਸ ਇਨਸਾਨ, ਜਿਸ ਹਸਤੀ ਕੋਲ ਸਰੀਰ ਨਹੀਂ ਹੈ, ਉਹ ਉਹਦਾ ਭੋਗ ਕਰੇਗਾ ਕਿਵੇਂ। ਤੇ ਜੋ ਅਰਦਾਸ ਦੇ ਦੌਰਾਨ ਗੱਲ ਕੀਤੀ ਜਾ ਰਹੀ ਹੈ ਉਹ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਤੇ ਗੱਲ ਕੀਤੀ ਜਾਂਦੀ ਹੈ ਜੀ ਕਿ ਆਪ ਨੂੰ ਭੋਗ ਲੱਗੇ। ਤਾਂ ਇਹਦਾ ਤਾਂ ਅਰਥ ਇਹ ਹੋਇਆ ਕਿ ਬਈ ਅਕਾਲ ਪੁਰਖ ਨੂੰ ਵੀ ਕੁਝ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ। ਜਿਵੇਂ ਅਸੀਂ ਸਰੀਰ ਧਾਰੀ ਜਿਹੜੇ ਹਾਂ, ਅਗਰ ਜੇ ਅਸੀਂ ਸਮੇਂ ਦੇ ਅਨੁਸਾਰ ਕੋਈ ਖੁਰਾਕ ਨਹੀਂ ਖਾਂਦੇ, ਭੋਜਨ ਨਹੀਂ ਕਰਦੇ, ਤਾਂ ਸਾਡੇ ਸਰੀਰ 'ਚ ਕਮਜ਼ੋਰੀ ਆ ਜਾਂਦੀ ਹੈ, ਸਾਡਾ ਜੀਵਨ ਨਿਰਬਾਹ ਹੋਣਾ ਮੁਸ਼ਕਲ ਹੋ ਜਾਏਗਾ। ਕੁਝ ਇੱਕ ਦਿਨਾਂ ਤੋਂ ਬਾਅਦ ਹੋ ਸਕਦਾ ਹੈ ਪੁਰਾਣੀ ਚੀਜ਼ ਮੌਤ ਵੀ ਹੋ ਜਾਵੇ ਜੇ ਲੰਮਾ ਸਮਾਂ ਉਹਨੂੰ ਖਾਣ ਨੂੰ ਜਾਂ ਪਾਣੀ ਪੀਣ ਨੂੰ ਨਾ ਮਿਲੇ। ਕਿ ਐਸੀ ਕਮਜ਼ੋਰੀ, ਐਸੀ ਜ਼ਰੂਰਤ ਅਕਾਲ ਪੁਰਖ ਨੂੰ ਵੀ ਹੈ। ਮੇਰਾ ਖਿਆਲ ਹੈ ਕਿ ਇਹਦਾ ਤੇ ਆਬਵੀਅਸ ਆਨਸਰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਅਕਾਲ ਪੁਰਖ ਨੂੰ ਕੋਈ ਐਸੀ ਜ਼ਰੂਰਤ ਨਹੀਂ ਹੈ ਵੀ ਉਹਨੂੰ ਖਾਣਾ ਪੀਣਾ ਨਹੀਂ ਮਿਲੇਗਾ ਤੇ ਉਹਦੀ ਮੌਤ ਦਾ ਕੋਈ ਖਤਰਾ ਹੈ। ਅਕਾਲ ਪੁਰਖ ਦਾ ਭਾਵ ਇਹ ਹੈ, ਜੋ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ 'ਚ ਵੀ ਗੱਲ ਸਮਝਾਈ ਹੈ ਕਿ ਉਹ ਜਨਮ ਮਰਨ ਤੋਂ ਰਹਿਤ ਹੈ, ਜੂਨੀਆਂ ਤੋਂ ਰਹਿਤ ਹੈ, ਔਰ ਸਮੇਂ ਦੇ ਪ੍ਰਭਾਵ ਤੋਂ ਵੀ ਰਹਿਤ ਹੈ। ਤੇ ਜਿਹੜਾ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਉਹਦੀ ਮੌਤ ਤਾਂ ਹੋ ਹੀ ਨਹੀਂ ਸਕਦੀ। ਤਾਂ ਹੁਣੇ ਵੀ ਸਤਿ ਸ੍ਰੀ ਅਕਾਲ ਦੀ ਜਦੋਂ ਵਿਆਖਿਆ ਹੋ ਰਹੀ ਸੀ ਉਦੋਂ ਵੀ ਇਹ ਗੱਲ ਆਈ ਸੀ ਕਿ ਉਹ ਪਰਮਾਤਮਾ ਕਾਲ ਤੋਂ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਤਾਂ ਜਿਸ ਹਸਤੀ ਨੂੰ ਕਿਸੇ ਖਾਣ ਦੀ ਚੀਜ਼ ਦੀ ਕੋਈ ਡਿਪੈਂਡੈਂਸ ਨਹੀਂ ਹੈ, ਕੋਈ ਜ਼ਰੂਰਤ ਨਹੀਂ ਹੈ, ਉਸਨੂੰ ਅਸੀਂ ਭੋਗ ਲਵਾਵਾਂਗੇ ਕਿਵੇਂ, ਜਿਹੜਾ ਸਰੀਰ ਧਾਰੀ ਵੀ ਨਹੀਂ ਹੈ। ਇਨਫੈਕਟ ਗੁਰਬਾਣੀ 'ਚ ਇੱਕ ਪ੍ਰਮਾਣ ਇਹ ਵੀ ਆਉਂਦਾ ਹੈ ਕਿ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਕਿ ਉਹ ਜ਼ਬਾਨ ਹੀ ਸੜ ਜਾਵੇ ਜਿਹੜੀ ਇਹ ਆਖਦੀ ਹੈ ਕਿ ਪਰਮਾਤਮਾ ਜੂਨੀਆਂ ਵਿੱਚ ਆਉਂਦਾ ਹੈ। ਤੇ ਜਿਹੜਾ ਜੂਨੀ ਵਿੱਚ ਨਹੀਂ ਆਇਆ ਉਹਨੂੰ ਖਾਣ ਪੀਣ ਦੀ ਵਸਤੂਆਂ ਦੀ ਜ਼ਰੂਰਤ ਵੀ ਨਹੀਂ ਹੈ।
ਤੋ ਗੁਰਮਤਿ ਦੇ ਇਸ ਸਿਧਾਂਤ ਨੂੰ ਅਗਰ ਜੇ ਧਿਆਨ ਵਿੱਚ ਰੱਖੀਏ ਤਾਂ ਇਹ ਭੋਗ ਲਗਵਾਉਣ ਦਾ ਜਿਹੜਾ ਆਈਡੀਆ ਹੈ ਮੂਲੋਂ ਹੀ ਗੁਰਮਤਿ ਦੇ ਵਿਰੁੱਧ ਹੈ। ਤੇ ਹੁਣ ਗੱਲ ਕਰੀਏ ਉਹਨਾਂ ਪੰਕਤੀਆਂ ਦੀ ਜਿਹਦੇ ਵਿੱਚ ਇਹ ਲਫ਼ਜ਼ ਸੁਣ ਕੇ ਤੇ ਲੋਕਾਂ ਨੂੰ ਲੱਗਦਾ ਨਹੀਂ ਗੁਰਬਾਣੀ 'ਚ ਲਿਖਿਆ ਜੀ ਭੋਲਾਵੋ ਭੋਗ ਕਰ ਰਹਾ ਹੈ, ਤੁਸੀਂ ਕਿਵੇਂ ਕਹਿ ਰਹੇ ਹੋ ਕਿ ਹਰੀ ਨੂੰ ਭੋਗ ਨਹੀਂ ਲੱਗਦਾ। ਤਾਂ ਹੁਣ ਸਮਝਣਾ ਇਹ ਹੁੰਦਾ ਹੈ ਕਿ ਗੁਰਬਾਣੀ ਦੇ ਅੰਦਰ ਅਨੇਕਾਂ ਸ਼ਬਦਾਵਲੀਆਂ ਐਸੀਆਂ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਪ੍ਰਚਲਿਤ ਅਰਥ ਕੁਝ ਹੁੰਦੇ ਹਨ, ਪਰ ਗੁਰੂ ਸਾਹਿਬ ਉਹਨਾਂ ਨੂੰ ਉਸ ਕੰਟੈਕਸਟ ਦੇ ਵਿੱਚ ਦੂਜੇ ਭਾਵ ਅਰਥਾਂ 'ਚ ਇਸਤੇਮਾਲ ਕਰਦੇ ਹਨ। ਤਾਂ ਇਹ ਜਿਹੜੇ ਸ਼ਬਦ ਜਿਹੜਾ ਸਕਰੀਨ ਤੇ ਸਾਡੇ ਸਾਹਮਣੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1266 ਦੇ ਉੱਪਰ ਗੁਰੂ ਅਰਜਨ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਰਾਗ ਮਲਾਰ ਦੇ ਅੰਦਰ ਉਚਾਰਿਆ ਹੋਇਆ ਗੁਰੂ ਸਾਹਿਬ ਦਾ, ਉਸ ਸ਼ਬਦ ਦੀ ਜਿਵੇਂ ਕਿ ਅਰਥ ਕਰਨ ਵੇਲੇ ਅਸੀਂ ਹਮੇਸ਼ਾ ਇਹ ਗੱਲ ਦ੍ਰਿੜ ਕਰਵਾਉਂਦੇ ਹਾਂ ਕਿ ਅਰਥ ਸਮਝਣ ਲੱਗਾ ਪਹਿਲਾਂ ਰਾਹੋਂ ਦੇ ਬੰਦ ਦੇ ਅਰਥ ਸਮਝ ਲੈਣੇ ਚਾਹੀਦੇ ਹਨ ਤੇ ਫਿਰ ਕਿਸੇ ਹੋਰ ਪੰਕਤੀ ਤੇ ਗੱਲ ਕਰਨੀ ਚਾਹੀਦੀ ਹੈ। ਤਾਂ ਇਸ ਸ਼ਬਦ ਦਾ ਜੋ ਰਾਹੋਂ ਦਾ ਪਦਾ ਹੈ, ਬਰਸੈ ਮੇਘ ਸਖੀ ਘਰ ਪਾਹੁਨ ਆਏ, ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵ ਨਿਧ ਨਾਮ ਸਮਾਏ। ਤੋ ਗੁਰੂ ਅਰਜਨ ਪਾਤਸ਼ਾਹ ਇਹਦੇ ਅੰਦਰ ਜੀਵ ਆਤਮਾ ਦੀ ਪ੍ਰਭੂ ਦੇ ਨਾਲ ਮਿਲਾਪ ਦੀ ਅਵਸਥਾ ਜਿਹੜੀ ਹੈ ਉਹਦਾ ਜ਼ਿਕਰ ਕਰ ਰਹੇ ਹਨ ਕਿ ਹੇ ਸਖੀ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਭੂ ਪਤੀ ਜੀ ਪ੍ਰਾਹੁਣਾ ਬਣ ਕੇ ਆਏ ਹਨ, ਵਿਜ਼ਿਟਰ ਬਣ ਕੇ ਆਏ ਹਨ, ਉਹਨਾਂ ਨੇ ਮੇਰੇ ਘਰ 'ਚ ਚਰਨ ਪਾਏ ਹਨ। ਤੇ ਇਵੇਂ ਜਾਪਦਾ ਹੈ ਕਿ ਉਹਨਾਂ ਦੇ ਆਉਣ ਦੇ ਨਾਲ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਬਖਸ਼ਿਸ਼ਾਂ ਦਾ ਬੱਦਲ ਲਗਾਤਾਰ ਵਰਸ ਰਿਹਾ ਹੈ। ਜਿਵੇਂ ਬੱਦਲ ਵਰਸਦਾ ਹੈ ਮੂਸਲਾਧਾਰ ਤੇ ਉਹ ਝੜੀ ਲੱਗ ਜਾਂਦੀ ਹੈ ਤੇ ਬੜੀ ਸੁਹਾਵਣੀ ਹੁੰਦੀ ਹੈ, ਇਵੇਂ ਹੀ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਮੇਰੇ ਪ੍ਰਭੂ ਜੀ ਆਏ ਹਨ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਅੰਦਰ ਉਹਨਾਂ ਦੀ ਮਿਹਰ ਦਾ ਬਖਸ਼ਿਸ਼ ਦਾ ਬੱਦਲ ਵਸ ਰਿਹਾ ਹੈ। ਤੋ ਇਹ ਪ੍ਰਭੂ ਦੀ ਯਾਦ ਹਿਰਦੇ ਵਿੱਚ ਟਿਕਣ ਦਾ ਜੋ ਮਾਹੌਲ ਬਣਦਾ ਹੈ, ਜੋ ਅਹਿਸਾਸ ਹੁੰਦਾ ਹੈ, ਉਸ ਅਵਸਥਾ ਦਾ ਬਿਆਨ ਹੋ ਰਿਹਾ ਹੈ। ਤਾਂ ਜਦੋਂ ਵੀ ਕੋਈ ਭਗਤ ਪ੍ਰਭੂ ਦੀ ਆਰਾਧਨਾ ਕਰਦਾ ਹੈ, ਪ੍ਰਭੂ ਦੇ ਯਾਦ ਵਿੱਚ ਜੁੜਦਾ ਹੈ, ਤਾਂ ਉਦੋਂ ਜੋ ਆਨੰਦਮਈ ਅਵਸਥਾ ਬਣਦੀ, ਵਿਸਮਾਦ ਦੀ ਅਵਸਥਾ ਬਣਦੀ ਹੈ, ਉਹਨੂੰ ਵੱਖ-ਵੱਖ ਸ਼ਬਦਾਵਲੀ ਵਰਤ ਕੇ ਗੁਰੂ ਸਾਹਿਬਾਨ ਨੇ ਬਾਣੀ 'ਚ ਅਨੇਕਾਂ ਥਾਵਾਂ ਤੇ ਅਨੇਕਾਂ ਤਰੀਕਿਆਂ ਨਾਲ ਬਿਆਨ ਕੀਤਾ ਹੈ। ਤਾਂ ਇੱਥੇ ਮੇਘ ਦੇ ਵਰਸਣ ਦੇ ਕਿਰਪਾ ਦਾ ਜੋ ਅਲੰਕਾਰ ਹੈ ਉਹ ਵਰਤਿਆ ਗਿਆ ਹੈ। ਤੇ ਜਿਵੇਂ ਕਿਸੇ ਦੇ ਘਰ ਕੋਈ ਬੜਾ ਹੀ ਪਿਆਰਾ ਮਹਿਮਾਨ ਆ ਜਾਵੇ ਤਾਂ ਜੋ ਉਹਦੀ ਆਨੰਦ ਦੀ ਵਿਸਮਾਦ ਦੀ ਅਵਸਥਾ ਹੁੰਦੀ, ਜੋ ਖੁਸ਼ੀ ਮਿਲਦੀ ਹੈ, ਉਸ ਤਰੀਕੇ ਦੀ ਮਾਹੌਲ ਦੀ ਸਿਰਜਣਾ ਗੁਰੂ ਸਾਹਿਬ ਨੇ ਕੀਤੀ ਹੈ। ਬਰਸੈ ਮੇਘ ਸਖੀ ਘਰ ਪਾਹੁਨ ਆਏ। ਤੇ ਹੁਣ ਜਦੋਂ ਉਹ ਘਰ ਆ ਹੀ ਗਏ ਤੇ ਅੱਗੋਂ ਫਿਰ ਜੀਵ ਆਤਮਾ ਕੀ ਉਹਨਾਂ ਅੱਗੇ ਬੇਨਤੀ ਕਰਦੀ ਹੈ ਕਿ ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵ ਨਿਧ ਨਾਮ ਸਮਾਏ। ਹੈ ਕਿਰਪਾ ਦੇ ਖਜ਼ਾਨੇ ਪ੍ਰਭੂ, ਹੈ ਮਾਲਕ ਪ੍ਰਭੂ, ਮੇਰੇ ਜੇ ਕੰਗਾਲ ਨੂੰ ਆਪਣੇ ਨਾਮ ਦੇ ਵਿੱਚ ਲੀਨ ਕਰੀ ਰੱਖੋ ਤਾਂ ਕਿ ਇਹ ਜਿਹੜੀ ਵਿਸਮਾਦ ਦੀ ਇਹ ਆਨੰਦ ਦੀ ਅਵਸਥਾ ਹੈ ਨਾ ਮੇਰੀ ਹਮੇਸ਼ਾ ਹੀ ਬਣੀ ਰਹੇ। ਹੁਣ ਤਾਂ ਤੁਸੀਂ ਬਖਸ਼ਿਸ਼ ਕੀਤੀ ਹੈ, ਟੁੱਟੇ ਹੋ, ਮੇਰੇ ਹਿਰਦੇ ਰੂਪੀ ਘਰ 'ਚ ਤੁਸੀਂ ਆਏ ਹੋ, ਪਰ ਮੇਰੀ ਬੇਨਤੀ ਹੈ ਕਿ ਮੈਂ ਤੇ ਬਹੁਤ ਹੀ ਮਾਮੂਲੀ, ਬਹੁਤ ਹੀ ਕੰਗਾਲ ਹਾਂ ਇਸ ਨਾਮ ਧਨ ਤੋਂ, ਤੇ ਮੇਰੇ ਤੇ ਬਖਸ਼ਿਸ਼ ਕਰੋ ਕਿ ਇਹ ਜਿਹੜੀ ਵਿਸਮਾਦ ਦੀ ਇਹ ਜੋ ਆਨੰਦ ਦੀ ਅਵਸਥਾ ਹੈ ਇਹ ਮੇਰੀ ਹਮੇਸ਼ਾ ਹੀ ਬਣੀ ਰਹੇ। ਇਹ ਰਾਹੋਂ ਦਾ ਬੰਦ ਹੈ। ਤਾਂ ਗੱਲ ਚੱਲ ਰਹੀ ਹੈ ਜੀਵ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਦੀ। ਤਾਂ ਉਸੇ ਅਵਸਥਾ ਦੇ ਬਾਰੇ ਵਿੱਚ ਹੀ ਅੱਗੋਂ ਗੱਲ ਕਰਦਿਆਂ ਹੋਇਆਂ ਹੁਣ ਵੱਖ-ਵੱਖ ਢੰਗਾਂ ਦੇ ਨਾਲ ਗੁਰੂ ਸਾਹਿਬ ਉਸ ਮਿਲਾਪ ਦੀ ਅਵਸਥਾ ਦੇ ਬਾਰੇ ਜੋ ਬਿਆਨ ਕਰਦੇ ਹਨ। ਜਿਵੇਂ ਪਹਿਲੇ ਬੰਦ ਵਿੱਚ ਕਹਿੰਦੇ ਹਨ ਵੀ ਕਿਆ ਤੂੰ ਸੋਚੈ, ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ, ਤਾਂ ਕੋ ਕਹੋ ਪ੍ਰਵਾਹ ਕਾਹੂ ਕੀ ਜੇ ਗੋਪਾਲ ਸਹਾਏ। ਕਿ ਜਿਹਦਾ ਸਹਾਈ ਗੋਪਾਲ ਹੋ ਜਾਵੇ, ਉਹ ਪਰਮਾਤਮਾ ਜੋ ਸ੍ਰਿਸ਼ਟੀ ਦਾ ਪਾਲਣਹਾਰ ਹੈ, ਜਿਹਦਾ ਸਹਾਈ ਉਹ ਆਪ ਬਣ ਜਾਵੇ, ਜਿਹਦੇ ਤੇ ਉਹ ਆਪ ਮਿਹਰ ਦੀ ਨਜ਼ਰ ਕਰ ਦੇਵੇ, ਉਹਨੂੰ ਕਿਹਦੀ ਪਰਵਾਹ ਹੈ। ਉਹ ਦੁਨਿਆਵੀ ਕਿਸੇ ਵੱਡੀ ਤੋਂ ਵੱਡੀ ਸ਼ਕਤੀ, ਕਿਸੇ ਵੱਡੇ ਤੋਂ ਵੱਡੇ ਜ਼ੋਰਾਵਰ ਦੀ ਪਰਵਾਹ ਨਹੀਂ ਕਰਦਾ। ਨਾ ਉਹਨੂੰ ਕੋਈ ਫਿਕਰ, ਚਿੰਤਾ, ਸੋਚ, ਕੋਈ ਚਿਤਵਨੀ, ਕੋਈ ਉਹਨੂੰ ਪਰਵਾਹ ਹੀ ਨਹੀਂ ਹੈ ਕਿ ਮੇਰੇ ਤੇ ਕੋਈ ਵਿਪਤਾ ਆ ਵੀ ਸਕਦੀ ਹੈ, ਕੋਈ ਮੇਰਾ ਨੁਕਸਾਨ ਵੀ ਕਰ ਸਕਦਾ ਹੈ। ਤਾਂ ਕਹਿੰਦੇ ਹਨ ਕਿ ਕੋਈ ਇਹੋ ਜਿਹੇ ਕਿਸੇ ਕਿਸਮ ਦੀ ਚਿੰਤਾ ਫਿਕਰ ਦੀ ਲੋੜ ਹੀ ਨਹੀਂ ਹੈ, ਸੋਚਾਂ 'ਚ ਪੈਣ ਦੀ ਲੋੜ ਨਹੀਂ ਹੈ, ਕੋਈ ਉਪਾਅ ਲੱਭਣ ਦੀ ਲੋੜ ਨਹੀਂ ਹੈ। ਜੋ ਕੁਝ ਪ੍ਰਭੂ ਜਿਹਦੀ ਸਹਾਇਤਾ ਦੇ ਉੱਤੇ ਆਪ ਹੋਵੇ, ਜਿਹਦੇ ਸਿਰ ਤੇ ਉਹਦੀ ਮਿਹਰ ਦਾ ਹੱਥ ਹੋਵੇ, ਉਹਨੂੰ ਕਿਸੇ ਕਿਸਮ ਦੀ
फिक्र चिंता नहीं हो सकती है। तो ऐसा प्रभु जो जिदे जिदे हिरदे रूपी घर विच बख्शिश करके आ जाता है, तो वो उसके अंदर बिल्कुल अचिंत अवस्था और आनंद की अवस्था जिहड़ी है बना दिंदा है। तो ऐसे हुण मिलाप की अवस्था जो घर पाहुण आए दा गल राहो दे बंद विच कीती गई है, तो जो घर प्राहुणे आंदे नूं उसे अलंकार नूं अगे वधांदे होया गुरु साहब कहंदे ने कि जिवें घर चंगा साडा कोई प्राहुणा आवे ਤਾਂ ਅਸੀਂ ਉਹਦੀ ਆਓ ਭਗਤ ਕਰਦੇ ਹਾਂ, ਖਾਤਰ ਕਰਦੇ ਹਾਂ, ਉਹਨੂੰ ਚੰਗੇ ਤੋਂ ਚੰਗੇ ਸਵਾਦਲੇ ਭੋਜਨ ਉਹਦੇ ਅੱਗੇ ਰੱਖਦੇ ਹਾਂ। ਤਾਂ ਉਸੇ ਅਲੰਕਾਰ ਦੀ ਵਰਤੋਂ ਕਰਦਿਆਂ ਹੋਇਆਂ ਹੁਣ ਗੁਰੂ ਸਾਹਿਬ ਸਾਨੂੰ ਸਾਡੀ ਇਮੇਜਿਨੇਸ਼ਨ ਨੂੰ ਜਿਹੜਾ ਹੈ ਇਸ ਤਰੀਕੇ ਨਾਲ ਕਰਦੇ ਹਨ ਕਿ ਭਈ ਇਸ ਚੀਜ਼ ਨੂੰ ਇਮੇਜਿਨ ਕਰੋ ਕਿ ਭਈ ਉਹ ਪ੍ਰਭੂ ਸਖੀ ਜਿਹੜਾ ਪ੍ਰਭੂ ਸਾਡੇ ਘਰ ਪ੍ਰਾਹੁਣਾ ਬਣ ਕੇ ਆਇਆ ਹੈ, ਤੇ ਸਾਡੇ ਜੋ ਕੁਝ ਵੀ ਵਾਸੇ 'ਚ ਹੈ ਅਸੀਂ ਉਹਦੇ ਅੱਗੇ ਆਪੋ ਆਪ ਨੂੰ ਸਮਰਪਣ ਕਰਨਾ ਹੈ। पर हुण जिवें मेघ वस रहा है, वो कोई साडे उत्ते पानी की बारिश नहीं पै रही, एक अलंकार की वरतों है। तो सिर्फ एक एहसास दिवान वास्ते कि जिवें बारिश की वर्षा हुंदी है तो सुहावना मौसम हुंदा है, उहो जिहा आनंद दा समा बनिया है। इसे तरीके ही जिहड़े अगले बदे दे विच गल कीती है कि अनेक प्रकार भोजन बहु कीए बहु व्यंजन मिष्टाए, कि जिवें कोई मन भाउंदा प्यारा घर मेहमान आंदा है ਤਾਂ ਅਸੀਂ ਉਦਮ ਕਰਦੇ ਹਾਂ, ਕਈ ਪ੍ਰਕਾਰ ਦੇ ਭੋਜਨ ਤਿਆਰ ਕਰਦੇ ਹਾਂ, ਵੱਖ-ਵੱਖ ਤਰੀਕੇ ਦੇ ਖਾਣੇ ਪਕਾਉਂਦੇ ਹਾਂ। ਬਹੁਤ ਵਿਅੰਜਨ ਹੁੰਦੇ ਨੇ, ਵਿਅੰਜਨ ਭਾਂਤ ਦੇ ਖਾਣੇ। ਬਿਸ਼ਟਾਏ ਤੋਂ ਭਾਵ ਹੈ ਮਿੱਠੀਆਂ ਵਸਤੂਆਂ, ਤੇ ਮਿੱਠੀਆਂ ਵਸਤੂਆਂ ਵੀ ਤੇ ਕੁਝ ਖੱਟੀਆਂ ਫਿੱਕੀਆਂ ਨਮਕੀਨ ਹਰ ਤਰ੍ਹਾਂ ਦੇ ਭੋਜਨ ਅਸੀਂ ਅਨੇਕਾਂ ਪ੍ਰਕਾਰ ਦੇ ਭੋਜਨ ਤਿਆਰ ਕਰਦੇ ਹਾਂ। ਤੇ ਆਪਣੀ ਰਸੋਈ ਨੂੰ ਵੀ ਪੂਰਾ ਸਜਾ ਕੇ ਪਵਿੱਤਰ ਕਰਕੇ ਤੇ ਜਿੱਥੇ ਉਹਨਾਂ ਨੂੰ ਖਾਣਾ ਖਵਾਉਣਾ ਹੈ ਉਸ ਜਗ੍ਹਾ ਨੂੰ ਵੀ ਅਸੀਂ ਬੜਾ ਚੰਗੀ ਤਰ੍ਹਾਂ ਨਾਲ ਸੋਹਣਾ ਸਜਾ ਕੇ ਤੇ ਉਹਨਾਂ ਨੂੰ ਕਹਿੰਦੇ ਆ ਵੀ ਆਓ ਜੀ ਪ੍ਰਾਹੁਣੇ ਜੀ, ਤੁਸੀਂ ਆਇਓ ਤੇ ਉਹਨੇ ਭੋਜਨ ਛਕੋ। ਇਹ ਲਾਵੋ ਭੋਗ ਹਰਿ ਰਾਏ ਤੋਂ ਹਰੀ ਰਾਏ, ਕਿਉਂਕਿ ਪ੍ਰਾਹੁਣਾ ਹੈ ਤਾਂ ਹਰੀ ਰਾਏ ਨੂੰ ਇਮੇਜਿਨ ਕਰਦਿਆਂ ਹੋਇਆਂ ਅਸੀਂ ਆਪਣੇ ਮਨ 'ਚ ਇਹ ਅਹਿਸਾਸ ਕਰਦੇ ਹਾਂ ਕਿ ਤੁਸੀਂ ਜੋ ਮੈਂ ਭੋਜਨ ਤਿਆਰ ਕੀਤੇ ਨੇ ਉਹਨਾਂ ਨੂੰ ਤੁਸੀਂ ਛਕੋ। ਹੁਣ ਭੋਜਨ ਵੀ ਕੋਈ ਫਿਜ਼ੀਕਲ ਤਿਆਰ ਨਹੀਂ ਹੋ ਰਹੇ, ਬਾਰਿਸ਼ ਵੀ ਫਿਜ਼ੀਕਲ ਨਹੀਂ ਹੋ ਰਹੀ, ਤੇ ਭੋਗ ਵੀ ਲਾਉਣ ਵਾਲਾ ਕੋਈ ਫਿਜ਼ੀਕਲ ਐਂਟੀਟੀ ਨਹੀਂ ਹੈਗੀ। ਇਹ ਸਾਰਾ ਸਿਰਫ ਇੱਕ ਅਵਸਥਾ ਦਾ ਅਹਿਸਾਸ ਹੋ ਰਿਹਾ ਹੈ, ਇੱਕ ਸਾਡੇ ਮਨ ਦੇ ਅੰਦਰ ਇੱਕ ਇਮੇਜ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਉਹ ਐਸੀ ਆਨੰਦ ਦੀ ਅਵਸਥਾ ਹੈ ਜਿਹੜੀ ਸਾਡੇ ਮਿਲਾਪ ਦੇ ਵਿੱਚ ਸਾਡੇ ਮਨ ਦੇ ਅੰਦਰ ਪੈਦਾ ਹੁੰਦੀ ਹੈ, ਜਿਹਦੇ ਵਿੱਚ ਆਨੰਦ ਹੀ ਆਨੰਦ ਪ੍ਰਾਪਤ ਹੁੰਦਾ ਹੈ। ਤਾਂ ਅਗਰ ਜੇ ਫਿਜ਼ੀਕਲ ਖਾਣੇ ਦੀ ਗੱਲ ਵੀ ਹੋਵੇ ਔਰ ਜੇ ਇਹਦਾ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਉਣ ਦੇ ਨਾਲ ਸੰਬੰਧ ਹੋਵੇ, ਤਾਂ ਸੋਚਣ ਦੀ ਗੱਲ ਹੈ ਕਿ ਫਿਰ ਉੱਥੇ ਕੇਵਲ ਕੜਾਹ ਪ੍ਰਸ਼ਾਦ ਦੀ ਦੇਗ ਦੀ ਗੱਲ ਹੋਣੀ ਚਾਹੀਦੀ ਸੀਗੀ ਜਾਂ ਸਿਰਫ ਮਿਸ਼ਠਾਨ ਦੀ ਗੱਲ ਹੋਣੀ ਚਾਹੀਦੀ ਸੀ। ਪਰ ਗੁਰੂ ਸਾਹਿਬ ਤਾਂ ਗੱਲ ਕਰ ਰਹੇ ਨੇ ਅਨੇਕ ਪ੍ਰਕਾਰ ਭੋਜਨ ਬਹੁ ਕੀਏ। ਅਨੇਕ ਪ੍ਰਕਾਰ ਦੇ ਵਿੱਚ ਤਾਂ ਹਰ ਭਾਂਤ ਦੇ ਆਉਂਦੇ ਨੇ, ਬਹੁਤ ਵਿਅੰਜਨ ਮਿਸ਼ਟਾਏ, ਬੜੇ ਸਵਾਦਲੇ ਵੱਖਰੇ ਭੋਜਨ। ਤੋਂ ਉਹ ਗੱਲ ਕੜਾਹ ਪ੍ਰਸ਼ਾਦ ਨਾਲ ਜੁੜਦੀ ਨਹੀਂ ਹੈ, ਨੰਬਰ 1। ਦੂਜੀ ਗੱਲ, ਜੇ ਉਸ ਕੜਾਹ ਪ੍ਰਸ਼ਾਦ ਦੀ ਦੇਗ ਦੀ ਤਿਆਰੀ ਦੀ ਗੱਲ ਹੁੰਦੀ ਔਰ ਉਹਦੇ ਮਿੱਠੇ ਦੇ ਬਣਾਉਣ ਦੀ ਗੱਲ ਹੁੰਦੀ, ਤਾਂ ਇਹ ਜਿਹੜੀ ਪਾਕਸਾਲ ਦੀ ਪਵਿੱਤਰਤਾ ਹੈ ਔਰ ਸੁੱਚਮ ਹੈ, ਉਹ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਤੋਂ ਪਹਿਲਾਂ ਗੱਲ ਹੋਣੀ ਚਾਹੀਦੀ ਸੀ। ਬਣਾਉਣ ਤੋਂ ਬਾਅਦ ਥੋੜਾ ਰਸੋਈ ਪਵਿੱਤਰ ਕੀਤੀ ਜਾਂਦੀ ਹੈ। ਪਾਕਸਾਲ ਕਹਿੰਦੇ ਨੇ ਰਸੋਈ ਨੂੰ, ਤੇ ਸੋਚ ਮਤਲਬ ਸੁੱਚ ਕਰਨੀ ਔਰ ਪਵਿੱਤਰਤਾ ਲਿਆਣੀ। ਤਾਂ ਹੁਣ ਜਿਹੜੀ ਰਸੋਈ ਨੂੰ ਪਵਿੱਤਰ ਕਰਨ ਦੀ ਗੱਲ ਹੈ ਉਹ ਖਾਣੇ ਤਿਆਰ ਕਰਨ ਤੋਂ ਮਗਰੋਂ ਹੋ ਰਹੀ ਹੈ। ਇਹ ਅਸਲ ਵਿੱਚ ਜਿਸ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ ਉੱਥੇ ਇਹ ਉਹਨੂੰ ਜਿੱਥੇ ਰਸੋਈ 'ਚ ਬੈਠ ਕੇ ਪ੍ਰਾਹੁਣੇ ਨੂੰ ਭੋਜਨ ਛਕਾਇਆ ਜਾਂਦਾ ਹੈ ਨਾ, ਉੱਥੇ ਜਿਹੜੀ ਉਹਦੇ ਬੈਠਣ ਦੀ ਥਾਂ ਸਾਫ਼ ਕੀਤੀ ਜਾਂਦੀ ਹੈ, ਉਹਦਾ ਵਰਣਨ ਹੋ ਰਿਹਾ ਹੈ। तो ਅਸੀਂ ਕੋਈ ਗੁਰਦੁਆਰੇ ਦੀ ਜਗ੍ਹਾ ਨੂੰ ਜਿੱਥੇ ਦੇਗ ਰੱਖੀ ਹੈ ਉਹਦੀ ਸਫਾਈ ਤੇ ਨਹੀਂ ਕਰਨੀ ਸ਼ੁਰੂ ਕਰ ਦਿੰਦੇ। तो ਇਹਦਾ ਕੋਈ ਕੜਾਹ ਪ੍ਰਸ਼ਾਦ ਦੀ ਦੇਗ ਉਹਦੇ ਭੋਗ ਲਵਾਉਣ ਨਾਲ ਕਿਤੇ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੈ। ਸ਼ਬਦਾਵਲੀ ਦੇ ਔਰ ਕੰਟੈਕਸਟ ਨੂੰ ਦੇਖਣਾ ਚਾਹੀਦਾ ਹੈ, ਰਾਹ ਦੇ ਨਾਲ ਮਿਲਾ ਕੇ ਉਹਦਾ ਭਾਵ ਅਗਰ ਦੇਖੀਏ ਤਾਂ ਇਹ ਸਿਰਫ ਮਿਲਾਪ ਦੀ ਅਵਸਥਾ ਦਾ ਇੱਕ ਅਲੰਕਾਰਕ ਜਿਹੜਾ ਹੈ ਇਸਤੇਮਾਲ ਕੀਤਾ ਗਿਆ ਹੈ। ਇਸੇ ਸੈਂਸ ਦੇ ਵਿੱਚ ਬਾਕੀ ਦੇ ਸ਼ਬਦ ਵਿੱਚ ਵੀ ਗੱਲ ਆਉਂਦੀ ਹੈ ਕਿ ਦੁਸ਼ਟ ਬਿਦਾਰੇ ਸਾਜਨ ਰਹਿਸੇ ਇਹ ਮੰਦਰ ਘਰ ਅਪਨਾਏ ਜੋ ਗ੍ਰਹਿ ਲਾਲ ਰੰਗੀਓ ਆਇਆ ਤੋ ਮੈਂ ਸਭ ਸੁਖ ਪਾਏ। ਇੱਥੇ ਵੀ ਉਹ ਮੇਰਾ ਪਿਆਰਾ ਲਾਲ ਮੇਰੇ ਹਿਰਦੇ ਵਿੱਚ ਆਇਆ ਹੈ ਤੇ ਮੈਨੂੰ ਸਭ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਮੇਰੇ ਦੁਸ਼ਟ ਸਾਰੇ ਨਾਸ਼ ਹੋ ਗਏ ਨੇ। ਇਸ ਮੇਰੇ ਘਰ ਰੂਪੀ ਮੰਦਰ ਨੂੰ ਉਸ ਪ੍ਰਭੂ ਨੇ ਆਪਣਾ ਕਰ ਲਿਆ ਹੈ, ਉਹਨੇ ਅਪਣਾ ਲਿਆ ਹੈ ਮੈਨੂੰ, ਮੇਰੀ ਰੱਖਿਆ ਉਹ ਆਪ ਕਰਨ ਵਾਲਾ ਹੈ। तो ये सारी गल्लां जीव आत्मा परमात्मा के मिलाप के नाल संबंध रखदियां ने। किसी कड़ाह प्रसाद की देग भोजन भोग लवाउण दा इहदे नाल कोई दूर नेड़े का भी संबंध नहीं है। और जो हस्ती अकाल पुरख दी है, जो गुरमत कंसैप्ट है कि वो अजूनी है, वो अकाल है,
ਉਸਨੂੰ ਕਿਸੇ ਫਿਜ਼ੀਕਲ ਖਾਣੇ ਦੀ ਭੋਜਨ ਦੀ ਜ਼ਰੂਰਤ ਹੀ ਨਹੀਂ ਹੈ ਤਾਂ ਭੋਗ ਲਵਾਉਣ ਦਾ ਕੋਈ ਅਰਥ ਹੀ ਨਹੀਂ। ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਵੀ ਨਾਲ ਸਮਝਾ ਕੇ ਵੀਰ MP ਸਿੰਘ ਜੀ ਨੇ ਪੂਰੇ ਹੀ ਵਿਸਥਾਰ ਸਹਿਤ ਦੱਸਿਆ ਹੈ ਕਿ ਇਹ ਕੇਵਲ ਇੱਕ ਪ੍ਰਚਲ ਕਈ ਥਾਂ ਤੇ ਕੀਤੀ ਜਾਂਦੀ ਹੈ। ਸ਼ਬਦ ਦਾ ਇਸ ਨਾਲ ਕੋਈ ਤਾਲੁਕ ਨਹੀਂ ਹੈ, ਕੋਈ ਭੋਗ ਲਾਉਣ ਵਾਲੀ ਗੱਲ ਨਹੀਂ ਹੈ। ਗੱਲ ਇਹ ਸਾਧ ਸੰਗਤ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਜਾਂ ਬਾਣੀ ਜਾਂ ਕੋਈ ਹੋਰ ਵੀ ਚੀਜ਼ ਹੋਵੇ, ਕੇਵਲ ਅੱਖਰੀ ਅਰਥਾਂ ਨਾਲ ਗੱਲ ਨਹੀਂ ਬਣਦੀ ਜਿਨ੍ਹਾਂ 'ਚ ਉਹਦਾ ਭਾਵ ਨਾ ਹੋਵੇ। ਉਂਝ ਵੀ ਭਾਵ ਜਿਹੜਾ ਅਸੀਂ ਕਿ ਈਵਨ ਕੋਈ ਚੀਜ਼ ਅਸੀਂ ਕਿਸੇ ਨੂੰ ਗੱਲ ਕਰਨੀ ਹੋਵੇ, ਮਿਲਣਾ ਜੁਲਣਾ ਹੋਵੇ, ਜਿਹੜਾ ਸਾਡਾ ਮਨ ਦਾ ਭਾਵ ਹੈ, ਅਸਲ ਚੀਜ਼ ਉਹ ਹੁੰਦੀ ਕਿ ਭਾਵ ਕੀ। ਜ਼ਬਾਨੀ ਤੇ ਆਪਾਂ ਕੁਝ ਵੀ ਕਹਿ ਸਕਦੇ ਹਾਂ, ਔਰ ਕਈ ਵਾਰੀ ਐਸਾ ਵੀ ਦੇਖਣ 'ਚ ਆਇਆ ਕਿ ਸੇਮ ਸ਼ਬਦ ਜਿਹੜੇ ਨੇ ਉਹਨਾਂ ਦੇ ਦੋ ਅਰਥ ਨਿਕਲਦੇ। ਉੱਥੇ ਭਾਵ ਦੇਖਣ ਦੀ ਲੋੜ ਹੈ ਕਿ ਇੱਥੇ ਕਿਸ ਤਰੀਕੇ ਨਾਲ ਇਹ ਵਰਤਿਆ ਗਿਆ। ਜਿਵੇਂ ਕੋਈ ਪੰਜਾਬੀ 'ਚ ਆਮ ਗੱਲ ਹੈ, ਕੋਈ ਬੱਚਾ ਜਾਂ ਕੋਈ ਮਤਲਬ ਵੀ ਥੋੜਾ ਕੰਮ ਵਿਗਾੜ ਕੇ ਆ ਜਾਵੇ ਤੇ ਕਹਿੰਦੇ ਚੰਨ ਚਾੜ ਕੇ ਆਇਆ। ਹੁਣ ਇੱਥੇ ਚੰਨ ਚਾੜਨ ਦਾ ਮਤਲਬ ਜੇ ਆਪਾਂ ਸ਼ਬਦੀ ਅਰਥ ਕਰਾਂਗੇ ਤੇ ਚੰਨ ਚਾੜਨ ਦਾ ਮਤਲਬ ਵੀ ਉਹਨੇ ਚੰਨ ਕਿੱਥੋਂ ਚੜਾਇਆ, ਮਤਲਬ ਦੇ ਭਾਵ ਲੈਣਾ। ਇਸੇ ਤਰ੍ਹਾਂ ਇੱਥੇ ਭਾਵ ਲੈਣਾ। ਵੀਰ ਜੀ ਨੇ ਪੂਰੇ ਡਿਟੇਲ 'ਚ ਦੱਸਿਆ। ਗੱਲ ਸਿਰਫ ਇੰਨੀ ਹੈ ਵੀ ਜਿਸ ਵੇਲੇ ਕੋਈ ਗੱਲ ਅਸੀਂ ਬਾਰ-ਬਾਰ ਕਰਦੇ ਆ ਨਾ, ਤੇ ਉਹ ਸਾਨੂੰ ਮਤਲਬ ਵੀ ਸਾਡੇ ਉਹ ਇੱਕ ਪ੍ਰੈਕਟਿਸ ਬਣ ਜਾਂਦੀ ਹੈ, ਤੇ ਪ੍ਰੈਕਟਿਸ ਤੋਂ ਫਿਰ ਉਹ ਜਿਹਨੂੰ ਆਪਾਂ ਆਦਤ ਕਹਿ ਦਿੰਦੇ ਹਾਂ ਤੇ ਉਹ ਠੀਕ ਲੱਗਣ ਲੱਗ ਪੈਂਦੀ। ਤੇ ਹੁਣ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਸ਼ਬਦ ਦੀ ਵਰਤੋਂ ਜਿਹੜੀ ਹੈ ਉਹ ਅਰਦਾਸ ਵਿੱਚ ਕਰਦੇ ਨੇ, ਤੇ ਇਸ ਕਰਕੇ ਪ੍ਰਭਾਵ ਸੰਗਤ ਤੇ ਪੈਂਦਾ ਵੀ ਹਾਂ ਇਹ ਸ਼ਬਦ ਇਹਦੇ ਲਈ ਹੈ। ਤੇ ਮੈਂ ਬੇਨਤੀ ਕਰਦੇ ਹਾਂ ਵੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਇੱਕ ਟਰੈਕਟ ਵੀ ਛਾਪਿਆ, ਉਹਦਾ ਨਾਂ ਹੀ ਹੈ ਹੁਣ ਲਾਵੋ ਭੋਗਾ ਰਾਏ, ਉਹਦਾ ਟਾਈਟਲ ਹੈ। ਤੇ ਉਹਦੇ 'ਚ ਵੀ ਇਹ ਪੂਰੀ ਡਿਟੇਲ ਜਿਹੜੀ ਵੀਰ MP ਨੇ ਦਿੱਤੀ ਹੈ, ਇਹਦੇ ਵਰਗੀ ਡਿਟੇਲ ਦਿੱਤੀ ਹੈ, ਤੇ ਉਹ ਵੀ ਸਾਨੂੰ ਮਤਲਬ ਵੀ ਦੇਖ ਲੈਣਾ ਚਾਹੀਦਾ। ਤੇ ਗੱਲ ਤੇ ਹੈ ਕਿ ਭੋਗ ਲਵਾਉਣ ਵਾਲੀ ਵੀਰ ਜੀ ਨੇ ਬੜੇ ਹੀ ਵਿਸਥਾਰ ਸਾਹਿਤ ਦੱਸਿਆ ਕਿ ਰੱਬ ਨੂੰ ਭੋਗ ਥੋੜਾ ਲਵਾਇਆ ਜਾ ਸਕਦਾ। ਪਰ ਮੈਂ ਬੇਨਤੀ ਕਰਦੇ ਹਾਂ ਵੀ ਕਈ ਡੇਰਿਆਂ ਵਿੱਚ ਇਹ ਭੋਗ ਲਵਾਉਣ ਦਾ ਤਰੀਕਾ ਵੀ ਵੱਖਰਾ ਹੈ। ਉਹ ਬਕਾਇਦਾ ਪਰਦਾ ਕਰਕੇ, ਪਰਦੇ ਦੇ ਪਿੱਛੇ ਜਿੱਥੇ ਸੰਗਤ ਨਾ ਦੇਖੇ, ਉਚੇਚਾ ਪਰਦਾ ਕੀਤਾ ਜਾਂਦਾ ਅਰਦਾਸ ਤੋਂ ਬਾਅਦ। ਤੇ ਪਰਦੇ ਪਿੱਛੇ ਮੈਨੂੰ ਕਿਸੇ ਸੱਜਣ ਨੇ ਦੱਸਿਆ ਬਈ ਇੱਕ ਡੇਰਾ ਐਸਾ ਹੈ, ਉੱਥੇ 3 ਕੋਲੀਆਂ 'ਚ ਪਾ ਕੇ ਉਹ ਪ੍ਰਸ਼ਾਦ ਰੱਖਿਆ ਜਾਂਦਾ। ਉਹਨਾਂ ਦੀ ਕੋਈ ਆਪਣੀ ਮਨੌਤ ਹੈ। ਸੋ ਇਹ ਮਤਲਬ ਅਸੀਂ ਆਪਣੇ ਮਨ ਦੀਆਂ ਬਣਾਈਆਂ ਸਾਰੀਆਂ ਮਨੌਤਾਂ ਨੇ। ਆਓ ਸਤ ਸੰਗੀਓ, ਇਹਨਾਂ ਚੀਜ਼ਾਂ ਪਿੱਛੇ ਜਾਣ ਦੀ ਥਾਂ ਤੇ ਅਸੀਂ ਗੁਰਬਾਣੀ ਜੋ ਸਾਡੇ ਸਰੀਰ, ਸਾਡੇ ਜੀਵਨ ਵਿੱਚ ਸਾਡੀਆਂ ਊਣਤਾਈਆਂ ਨੇ, ਉਹਨਾਂ ਨੂੰ ਸਾਫ਼ ਕਰਨ ਦੀ ਗੱਲ ਕਰਦੀ ਹੈ। ਜ਼ੋਰ ਤੇ ਉਧਰ ਲਾਉਣਾ ਚਾਹੀਦਾ ਕਿ ਸਾਡਾ ਅੰਦਰਲਾ ਸਾਫ਼ ਹੋਵੇ। ਬਾਹਰਲੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਤੇ ਸਾਰੀ ਉਮਰ ਨਾ ਖਪਦੇ ਰਹੀਏ। ਆਪਣੀ ਅੰਤਰ ਆਤਮੇ ਸਾਡੀ ਜਿਹੜੀ ਹੈ ਉਹ ਪਵਿੱਤਰਤਾ ਹੋਣੀ ਚਾਹੀਦੀ ਹੈ। MP ਸਿੰਘ ਜੀ ਬਹੁਤ ਬਹੁਤ ਧੰਨਵਾਦ। ਤਾਂ ਆਓ ਸਤ ਸੰਗੀਓ, ਸ਼ਬਦ ਸਾਡੇ ਕੋਲ, ਸਵਾਲ ਸਾਡੇ ਕੋਲ ਹੋਰ ਹਨ, ਪਰ ਇੱਕ ਸਵਾਲ ਸਿਰਫ ਹੋਰ ਲਿਆ ਜਾਏਗਾ। ਬਾਕੀ ਜਿਹੜੇ ਸਵਾਲ ਨੇ ਉਹਨਾਂ ਦੀ ਮੈਂ ਖਿਮਾ ਮੰਗਾਂਗਾ ਕਿਉਂਕਿ ਸਮਾਂ ਜਿਹੜਾ ਉਹ ਦੌੜਦਾ ਜਾ ਰਿਹਾ। ਤੇ ਮੈਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਕਿਰਪਾ ਕਰਕੇ ਸਵਾਲਾਂ ਦੀ ਝੜੀ ਲਾਈ ਰੱਖੋ, ਤਾਂ ਜੇ ਅਸੀਂ ਵੀ ਤੁਹਾਡੇ ਇਸ ਮਤਲਬ ਵੀ ਜਿਸ ਵੇਲੇ ਤੁਸੀਂ ਸਵਾਲ ਭੇਜਦੇ ਹੋ ਨਾ, ਤੇ ਮੈਂ ਬੇਨਤੀ ਕਰਦਾ ਹਾਂ ਕਿ ਫਿਰ ਸਾਡੀ ਦੌੜ ਲੱਗਦੀ ਹੈ ਵੀ ਇਹਦਾ ਉੱਤਰ ਲੱਭੀਏ। ਤੇ ਉਹਦਾ ਸਾਨੂੰ ਬੜਾ ਫਾਇਦਾ ਹੁੰਦਾ ਹੈ ਕਿ ਬੜੀਆਂ ਚੀਜ਼ਾਂ ਜਿਹੜੀਆਂ ਹੁਣ ਤੱਕ ਨਹੀਂ ਸਮਝ ਆਈਆਂ ਸੀ, ਤੁਹਾਡੇ ਸਵਾਲਾਂ ਦੇ ਜਵਾਬ ਲੱਭਣ ਕਰਕੇ ਸਾਨੂੰ ਵੀ ਕੁਝ ਚਾਨਣ ਪ੍ਰਾਪਤ ਹੋ ਰਿਹਾ। ਤੇ ਮੈਂ ਬੇਨਤੀ ਕਰਾਂਗਾ ਕਿ ਸਵਾਲ ਜਿਹੜੇ ਨੇ ਉਹ ਵੱਧ ਤੋਂ ਵੱਧ ਭੇਜਿਆ ਕਰੋ। ਇਹ ਸਾਡੀ ਬੇਨਤੀ ਹੈ।